ਤੁਸੀਂ ਦੇਖ ਰਹੇ ਹੋ ਠੇਠ ਪੰਜਾਬੀ ਟੀਵੀ। ਕਿਸੇ ਵੀ ਦੇਸ਼ ਦੀ ਜੇਕਰ ਦ੍ਰਿਸ਼ਟੀ ਜਾਣਨੀ ਹੋਵੇ ਤਾਂ ਉੱਥੋਂ ਦੇ ਵਿਦਿਅਕ ਢਾਂਚੇ ਤੇ ਝਾਤ ਮਾਰਨੀ ਪੈਂਦੀ ਹੈ ਕਿ ਉਸ ਦੇਸ਼ ਦੇ ਕਿੰਨੇ ਪ੍ਰਤੀਸ਼ਤ ਲੋਕ ਪੜ੍ਹੇ ਲਿਖੇ ਨੇ, ਉਹ ਕਿੰਨੇ ਗਿਆਨਵਾਨ ਨੇ। ਜੇਕਰ ਕਿਸੇ ਦੇਸ਼ ਦੀ ਤਰੱਕੀ ਦੀ ਵਿਕਾਸ ਦੀ ਗੱਲ ਕਰਨੀ ਹੋਵੇ ਤਾਂ ਜਿਹੜਾ ਮੂਲ ਮੰਤਰ ਹੈ ਕਿ ਦੇਸ਼ ਦੇ ਕਿੰਨੇ ਲੋਕ ਉਹ ਰੁਜ਼ਗਾਰ ਤੇ ਲੱਗੇ ਹੋਏ ਨੇ, ਭਾਵ ਉਹਨਾਂ ਨੂੰ ਕਿੰਨੀ ਆਮਦਨ ਜਿਹੜੀ ਹੈ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਹੁੰਦੀ ਹੈ। ਅੱਜ ਅਸੀਂ ਵਿਸ਼ੇਸ਼ ਤੌਰ ਤੇ ਗੱਲ ਕਰਨ ਜਾ ਰਹੇ ਹਾਂ ਪੰਜਾਬ ਸੂਬੇ ਦੇ ਵਿੱਚ ਉੱਚ ਵਿੱਦਿਆ ਦੀ, ਕਿ ਉੱਚ ਵਿੱਦਿਆ ਦਾ ਸਾਡੇ ਪੰਜਾਬ ਦੇ ਵਿੱਚ ਕੀ ਹਾਲਤ ਹੈ। ਔਰ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਗੁਰਪ੍ਰੀਤ ਜੀ, ਉਹ ਅੱਜ ਇਸ ਚਰਚਾ ਦੇ ਵਿੱਚ ਸ਼ਾਮਲ ਨੇ ਕਿ ਉੱਚ ਵਿੱਦਿਆ ਦੀ ਅੱਜ ਜਿਹੜੀ ਹਾਲਤ ਹੈ ਸਾਡੇ ਪੰਜਾਬ ਵਿੱਚ ਕਿਸ ਤਰ੍ਹਾਂ ਹੈ। ਹਾਂਜੀ ਪ੍ਰੋਫੈਸਰ ਗੁਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਔਰ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸਾਡੀ ਇਸ ਚਰਚਾ ਨੂੰ ਦੇਖ ਰਹੇ। ਪ੍ਰੋਫੈਸਰ ਸਾਹਿਬ, ਐਜ਼ ਏ ਪ੍ਰੋਫੈਸਰ ਜੀ ਤੁਸੀਂ 2 ਨੈਟ ਕੁਆਲੀਫਾਈ ਹੋ ਜੀ, ਪਾਸ ਹੋ, ਜੀ ਆਪਣੇ ਆਪ ਨੂੰ ਬਤੌਰ ਪ੍ਰੋਫੈਸਰ ਕਿਵੇਂ ਦੇਖਦੇ ਹੋ ਸਮਾਜ ਦੇ ਵਿੱਚ? ਦੇਖੋ, ਪ੍ਰੋਫੈਸਰ ਇੱਕ ਹਾਇਰ ਐਜੂਕੇਟਡ ਪਰਸਨ ਹੋਣ ਦੇ ਨਾਲ ਨਾਲ ਉਹਦੀ ਇੱਕ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ, ਇੱਕ ਰਿਸਪੌਂਸਿਬਲ ਪਰਸਨ ਬਣ ਜਾਂਦਾ ਉਹ, ਕਿਉਂਕਿ ਉਸਨੂੰ ਗਿਆਨ ਹੋ ਜਾਂਦਾ ਹੈ ਕਿ ਸੁਸਾਇਟੀ ਚੱਲਦੀ ਕਿਵੇਂ ਹੈ, ਇਹਨੂੰ ਬਾਖੂਬੀ ਚੱਲਦਾ ਕਿਵੇਂ ਰੱਖਣਾ ਹੈ, ਔਰ ਇਹ ਅੱਛੇ ਤਰੀਕੇ ਨਾਲ ਕਿਵੇਂ ਚੱਲਦੀ ਰਹੇ। ਸੋ ਉਸ ਦੇ ਵਿੱਚ ਕੁਝ ਨਾ ਕੁਝ ਜਿਹੜੀਆਂ ਪ੍ਰੋਬਲਮਸ ਸੁਸਾਇਟੀ ਦੇ ਵਿੱਚ ਕ੍ਰੀਏਟ ਹੁੰਦੀਆਂ ਨੇ, ਤਾਂ ਪ੍ਰੋਫੈਸਰਸ ਉਹਨਾਂ ਨੂੰ ਆਇਡੈਂਟੀਫਾਈ ਕਰਦੇ ਨੇ, ਉਹਨਾਂ ਦੇ ਕਾਰਨ ਪਤਾ ਕਰਦੇ ਨੇ, ਫਿਰ ਉਹ ਜਿਹੜੇ ਪ੍ਰੋਬਲਮਸ ਹੈਗੀ ਆ ਉਹਨੂੰ ਸੋਲਿਊਸ਼ਨ ਕਰਨ ਵਾਸਤੇ ਜਿਹੜਾ ਹੈਗਾ ਸੁਝਾਅ ਦਿੰਦੇ ਨੇ ਆਪਦੇ। ਪੰਜਾਬ ਦੇ ਵਿੱਚ ਵੱਡੀ ਗਿਣਤੀ ਜਿਹੜੀ ਪ੍ਰੋਫੈਸਰਾਂ ਦੀ, ਅਧਿਆਪਕਾਂ ਦੀ ਭਰਤੀ ਦੀ ਗੱਲ ਨਹੀਂ ਕੀਤੀ ਜਾ ਰਹੀ 1995 ਤੋਂ। ਵੱਡੀ ਗਿਣਤੀ ਦੇ ਸਰਕਾਰੀ ਕਾਲਜ ਖਾਲੀ ਨੇ ਜੀ। ਤੁਸੀਂ ਸਰਕਾਰੀ ਕਾਲਜ ਬਚਾਓ ਕਮੇਟੀ ਦੇ ਮੰਚ ਦੇ ਬਕਾਇਦਾ ਪੰਜਾਬ ਦੇ ਅਹੁਦੇਦਾਰ ਹੋ ਜੀ। ਕੀ ਸਮਝਦੇ ਹੋ ਕਿ ਅੱਜ ਦੀ ਪੋਜੀਸ਼ਨ ਜਿਹੜੀ ਹੈ, ਦਰਸ਼ਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸੋ ਕਿ ਅਸਲ ਦੇ ਵਿੱਚ ਉੱਚ ਵਿੱਦਿਆ ਹਾਸਲ ਕਰਨ ਵਾਸਤੇ ਜਿਹੜੇ ਸੁਪਨੇ ਸਜਾਈ ਬੈਠੇ ਵਿਦਿਆਰਥੀ ਨੇ, ਉਹਨਾਂ ਨੂੰ ਇੱਕ ਜ਼ਰੂਰ ਉਹਨਾਂ ਦੇ ਮਾਪਿਆਂ ਨੂੰ ਇਸ ਗੱਲ ਬਾਰੇ ਦੱਸੋ ਕਿ ਅਸਲ ਵਿੱਚ ਹਾਲਤ ਕੀ ਹੈ। ਜਿਹੜੇ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਸਾਡੇ ਪੰਜਾਬ ਦੇ ਵਿਦਿਆਰਥੀ ਜਾਂ ਉਹਨਾਂ ਦੇ ਮਾਪੇ ਦਿਵਾਉਣਾ ਚਾਹੁੰਦੇ ਨੇ, ਜਿਨ੍ਹਾਂ ਕਾਲਜਾਂ ਵਿੱਚ, ਸਰਕਾਰੀ ਕਾਲਜਾਂ ਵਿੱਚ ਉਮੀਦ ਲਗਾਉਂਦੇ ਨੇ, ਉਹਨਾਂ ਕਾਲਜਾਂ ਦੇ ਵਿੱਚ ਅਸਲ ਵਿੱਚ ਪ੍ਰੋਫੈਸਰਾਂ ਦੀ ਹਾਲਤ ਕੀ ਹੈ? ਦੇਖੋ, ਜੇ ਆਪਾਂ ਸਰਕਾਰੀ ਕਾਲਜਾਂ ਦੀ ਗੱਲ ਕਰੀਏ, ਕੰਪੈਰੀਟਿਵਲੀ ਹਰਿਆਣਾ ਔਰ ਹਿਮਾਚਲ ਜਿਹੜੇ ਕਿ ਪੰਜਾਬ ਦੇ ਇੱਕ ਪਾਰਟ ਸੀਗੇ, ਕਾਲਜਾਂ ਦੀ ਗਿਣਤੀ ਬਹੁਤ ਘੱਟ ਹੈ। ਜੇ ਆਪਾਂ ਗੱਲ ਕਰੀਏ ਮੌਜੂਦਾ ਸਮੇਂ ਤੇ ਪੰਜਾਬ ਦੇ ਵਿੱਚ 47 ਸਰਕਾਰੀ ਕਾਲਜ ਨੇ ਪੂਰੇ ਪੰਜਾਬ 'ਚ, ਔਰ ਆਬਾਦੀ ਜੇ ਹੁਣ ਦੇਖੀਏ ਅਪਰੋਕਸੀਮੇਟਲੀ 2 ਕਰੋੜ 80 ਲੱਖ ਜੀ। ਔਰ ਹਰਿਆਣਾ ਦੀ ਜੇ ਆਬਾਦੀ ਦੇਖੀਏ ਤਾਂ 2.5 ਕਰੋੜ ਦੇ ਲਗਭਗ ਹੈ, ਉੱਥੇ 170 ਕਾਲਜ ਨੇ। ਠੀਕ ਹੈ। ਔਰ ਜੇ ਆਪਾਂ ਹਿਮਾਚਲ ਦੀ ਦੇਖੀਏ, ਲਗਭਗ ਉਹਦੀ 80 ਕੁ ਲੱਖ ਆਬਾਦੀ ਹੋਏਗੀ ਹੁਣ ਜੀ, ਕਿਉਂਕਿ ਪਹਿਲਾਂ 55 ਕਰੋੜ ਸੀਗੀ, ਹੁਣ 80 ਕੁ ਲੱਖ ਮੰਨ ਕੇ ਚੱਲਦੇ ਆ ਉਹਦੀ ਗਰੋਥ ਦੇ ਹਿਸਾਬ ਨਾਲ। ਤਾਂ ਉੱਥੇ ਵੀ 94 ਕਾਲਜ ਨੇ। ਈਵਨ ਕਿ ਅੱਜ ਹੀ ਪਤਾ ਨਵਾਂ ਅੰਕੜਾ ਆਇਆ ਸੀ ਕਿ 115 ਕਾਲਜ ਨੇ। ਹੁਣ ਦੇਖੋ, ਪੰਜਾਬ ਦੀ ਆਬਾਦੀ 2 ਕਰੋੜ 80 ਲੱਖ ਔਰ ਕਾਲਜ 47। ਹਰਿਆਣੇ ਦੀ ਆਬਾਦੀ 2.5 ਕਰੋੜ, ਕਾਲਜ 170। ਪਹਿਲੀ ਗੱਲ ਤਾਂ ਕਾਲਜ ਬਹੁਤ ਘੱਟ ਹੈ, ਕਿਉਂਕਿ ਜੇ ਆਪਾਂ ਦੇਖੀਏ ਸਕੂਲਾਂ ਵੱਲ ਵੀ ਝਾਤ ਮਾਰੀਏ ਤਾਂ ਗਵਰਨਮੈਂਟ ਨੇ ਇਹ ਲਾਅ ਬਣਾ ਰੱਖਿਆ ਕਿ 10 ਕਿਲੋਮੀਟਰ ਤੇ ਸੀਨੀਅਰ ਸੈਕੰਡਰੀ ਸਕੂਲ ਹੋਣਾ ਚਾਹੀਦਾ ਹੈ, ਔਰ ਸਰਵ ਸਿੱਖਿਆ ਅਭਿਆਨ ਨੇ ਕਿਹਾ ਕਿ ਕਿਲੋਮੀਟਰ ਤੋਂ ਵੱਧ ਪ੍ਰਾਇਮਰੀ ਸਕੂਲ ਨਹੀਂ ਹੋਣਾ ਚਾਹੀਦਾ। ਪਰ ਕਾਲਜਾਂ ਦਾ ਕਿਤੇ ਜ਼ਿਕਰ ਨਹੀਂ ਵੀ ਕਿੰਨੇ ਕਿਲੋਮੀਟਰ ਤੇ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਕਾਲਜਾਂ ਦੀ ਗਿਣਤੀ ਬਹੁਤ ਘੱਟ ਹੈ, ਔਰ ਪ੍ਰੋਬਲਮਸ ਨੌਜਵਾਨ ਮੁੰਡਿਆਂ ਨੂੰ ਤਾਂ ਆਉਣੀ ਹੈ, ਕੁੜੀਆਂ ਨੂੰ ਖਾਸ ਕਰਕੇ ਪ੍ਰੋਬਲਮ ਆਉਂਦੀ ਹੈ। ਦੂਜੀ ਗੱਲ, ਤੁਸੀਂ ਕਿਹਾ ਪ੍ਰੋਫੈਸਰਾਂ ਦਾ ਕੀ ਹਾਲ ਹੈ। ਪ੍ਰੋਫੈਸਰ ਕਾਲਜਾਂ 'ਚ ਹੈ ਹੀ ਕੋਈ ਨਹੀਂ, ਕਿਉਂਕਿ 1990 ਜਿਹੜੀ ਰੈਸ਼ਨਲਾਈਜੇਸ਼ਨ 2000 ਦੇ ਵਿੱਚ ਰੈਸ਼ਨਲਾਈਜੇਸ਼ਨ ਜਿਹੜੀ ਹੋਈ ਆ ਜੀ, ਉਸ ਤੋਂ ਪਹਿਲਾਂ 2450 ਪੋਸਟਾਂ ਜਿਹੜੀਆਂ ਸੀਗੀਆਂ ਸੈਂਕਸ਼ਨ ਸੀਗੀਆਂ। ਇਹਨਾਂ ਉਦੋਂ ਕਾਲਜ 50 ਹੁੰਦੇ ਸੀਗੇ, ਹੁਣ ਕਾਲਜ ਘਟੇ ਨੇ ਕਿਉਂਕਿ 1-2 ਕਾਲਜ ਜਿਹੜੇ 3 ਕਾਲਜ ਆ ਯੂਨੀਵਰਸਿਟੀਆਂ ਨੂੰ ਦੇ ਦਿੱਤੇ ਗਏ। ਤਾਂ 2450 ਪੋਸਟਾਂ ਜਿਹੜੀਆਂ ਸੈਂਕਸ਼ਨ ਸੀਗੀਆਂ, ਔਰ ਰੈਸ਼ਨਲਾਈਜੇਸ਼ਨ ਦੇ ਨਾਂ ਤੇ ਉਹ ਪੋਸਟਾਂ ਘਟਾ ਕੇ 1873 ਕਰ ਦਿੱਤੀਆਂ ਗਈਆਂ। ਹੁਣ ਜਿਹੜਾ ਓਰੀਜਨਲ ਅੰਕੜਾ ਸਾਹਮਣੇ ਆਉਂਦਾ ਕਿ ਆਪਣੇ ਕੋਲੇ ਪ੍ਰੋਫੈਸਰ ਹੈ ਕਿੰਨੇ,
ਉਹ ਹੈ 348। 1873 ਪ੍ਰੋਫੈਸਰਾਂ ਦੀਆਂ ਪੋਸਟਾਂ ਦੇ ਵਿੱਚੋਂ 348 ਵਰਕਿੰਗ ਨੇ, ਉਹਨਾਂ ਵਿੱਚੋਂ ਵੀ 39 ਪ੍ਰੋਫੈਸਰ ਜਿਹੜੇ ਹੈਗੇ ਨੇ ਉਹ ਚੰਡੀਗੜ੍ਹ ਡੈਪੂਟੇਸ਼ਨ ਤੇ ਲੱਗੇ ਹੋਏ ਨੇ। ਤਾਂ ਪੰਜਾਬ ਦੇ ਵਿੱਚ ਲਗਭਗ 308 ਪ੍ਰੋਫੈਸਰ ਕੰਮ ਕਰ ਰਹੇ ਨੇ। ਤਾਂ ਬਹੁਤ ਮਾੜੀ ਹਾਲਾਤ ਹੈ। ਕਈ ਕਾਲਜਾਂ ਦੇ ਵਿੱਚ ਤਾਂ ਪ੍ਰੋਫੈਸਰ ਹੈ ਹੀ ਨਹੀਂ ਰੈਗੂਲਰ। ਜਿਵੇਂ ਫਾਜ਼ਿਲਕਾ ਜ਼ਿਲ੍ਹਾ, ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਹਾਂ, ਮੈਂ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਹਾਂ। ਇੱਕੋ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਕੋ ਐਜੂਕੇਟ ਕਹਿ ਲਈਏ ਕਿ ਇੱਕ ਸਰਕਾਰੀ ਕਾਲਜ ਹੈ MR ਕਾਲਜ ਫਾਜ਼ਿਲਕਾ ਦੇ ਵਿੱਚ, ਸਰਹੱਦੀ ਜ਼ਿਲ੍ਹਾ ਹੈ, ਬਹੁਤ ਵੱਡਾ ਜ਼ਿਲ੍ਹਾ ਹੈ ਜੀ। ਔਰ ਉਸ ਕਾਲਜ ਦੇ ਵਿੱਚ ਇੱਕ ਹੀ ਪ੍ਰੋਫੈਸਰ ਜਿਹੜਾ ਪਰਮਾਨੈਂਟ ਸੀ, ਰੈਗੂਲਰ ਸੀ ਜੀ, ਉਹ ਵੀ ਪ੍ਰੋਫੈਸਰ ਉੱਥੇ ਨਹੀਂ ਰਿਹਾ। ਜੇ ਕਹਿ ਲਿਆ ਜਾਵੇ ਕਿ ਰੈਗੂਲਰ ਇੱਕ ਵੀ ਪ੍ਰੋਫੈਸਰ ਤੋਂ ਬਿਨਾਂ ਕਾਲਜ ਚੱਲ ਰਿਹਾ। ਇਸੇ ਤਰ੍ਹਾਂ ਹੀ ਹਾਲਤ ਪੂਰੇ ਪੰਜਾਬ ਦੀ ਹੈ ਜੀ। ਸਭ ਤੋਂ ਪਹਿਲਾਂ ਥੋੜਾ ਜਿਹਾ ਡਾਟਾ ਦੁਰਸਤ ਕਰਨਾ ਚਾਹੂੰਗਾ। ਜਦੋਂ ਅਸੀਂ ਇਹ ਅੰਕੜਾ ਇਕੱਠਾ ਕਰ ਰਹੇ ਸੀ ਜੀ, ਫਾਜ਼ਿਲਕਾ ਦੇ ਵਿੱਚ ਜਿਹੜਾ MR ਕਾਲਜ ਹੈ ਉਹਦੇ 3 ਪ੍ਰੋਫੈਸਰ ਸੀਗੇ। ਡਾਕਟਰ ਗਿਆਨ ਚੰਦ ਜੀ ਰਿਟਾਇਰ ਹੋ ਗਏ, ਔਰ ਇੱਕ ਹੋਰ ਜਿਹੜਾ ਹੁਣ ਸਰਕਾਰੀ ਕਾਲਜ ਨਵਾਂ ਖੁੱਲ੍ਹਣ ਜਾ ਰਿਹਾ, ਇੱਕ ਪ੍ਰੋਫੈਸਰ ਸਾਹਿਬ ਦੀ ਉੱਥੇ ਜਿਹੜੀ ਇੱਕ ਟ੍ਰਾਂਸਫਰ ਹੋ ਗਈ, ਤੇ ਇੱਕ ਜਿਹੜਾ ਬੱਲੂਆਣਾ ਹਲਕੇ ਦੇ ਵਿੱਚ ਸਰਕਾਰੀ ਕਾਲਜ ਸੁਖਚੈਨ ਖੁੱਲ੍ਹੇ, ਇੱਕ ਦੀ ਉੱਥੇ ਬਦਲੀ ਹੋ ਗਈ, ਤਾਂ MR ਕਾਲਜ ਖਾਲੀ ਹੋ ਗਿਆ। ਜੇ ਜਲਾਲਾਬਾਦ ਦੀ ਗੱਲ ਕਰੀਏ ਤਾਂ ਉੱਥੇ ਗਰਲਸ ਕਾਲਜ ਹੈਗਾ ਸਰਕਾਰੀ, ਉੱਥੇ ਵੀ ਪੋਸਟ ਮਤਲਬ ਕਿ ਰੈਗੂਲਰ ਪੋਸਟ ਤੇ ਕੋਈ ਪ੍ਰੋਫੈਸਰ ਨਹੀਂ। ਇਸੇ ਤਰ੍ਹਾਂ ਹੋਰ ਕਈ ਕਾਲਜ ਨੇ, ਮੇਰੇ ਕੋਲੇ ਲਿਸਟ ਪਈ ਹੈ ਪੂਰੇ ਪੰਜਾਬ ਦੀ। ਜੇ ਆਪਾਂ ਗਵਰਨਮੈਂਟ ਕਾਲਜ ਅਜਨਾਲਾ ਦੀ ਗੱਲ ਕਰੀਏ ਤਾਂ ਉੱਥੇ ਇੱਕੋ ਹੀ ਪੋਸਟ ਭਰੀ ਹੋਈ ਹੈਗੀ। ਹਾਂ, ਇਹ ਅੰਕੜਾ ਮੇਰੇ ਕੋਲੇ ਜ਼ਰੂਰ ਹੈਗਾ ਕਿ ਇਹਨਾਂ 47 ਕਾਲਜਾਂ ਦੇ ਵਿੱਚੋਂ 8 ਕਾਲਜ ਜਿਹੜੇ ਹੈਗੇ ਵੱਡੇ ਸ਼ਹਿਰਾਂ 'ਚ ਨੇ। ਵੱਡੇ ਸ਼ਹਿਰ 'ਚ ਰਹਿਣਾ ਹਰੇਕ ਪਸੰਦ ਕਰਦਾ ਹੈ ਜੀ। ਤਾਂ ਲਗਭਗ 170 ਪ੍ਰੋਫੈਸਰ ਜਿਹੜੇ ਹੈਗੇ ਨੇ ਉਹ 9 ਵੱਡੇ ਕਾਲਜਾਂ 'ਚ ਨੇ, ਔਰ ਜਿਹੜੇ ਪੇਂਡੂ ਖੇਤਰ ਦੇ 38 ਪੇਂਡੂ ਕਾਲਜ ਜਿਹੜੇ ਬਾਕੀ ਰਹਿ ਗਏ, ਉਹਨਾਂ ਦੇ ਵਿੱਚ 138 ਸਿਰਫ 138 ਪ੍ਰੋਫੈਸਰ ਹੈ। ਜਿਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿਤੇ ਇੱਕ ਪ੍ਰੋਫੈਸਰ ਹੈ, ਕਿਤੇ 2 ਹੈ, ਕਿਤੇ 3 ਹੈ। ਔਰ ਜੇ ਆਲ ਓਵਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਜੇ ਕੰਪਿਊਟਰ ਦੇ ਆਪਾਂ ਪ੍ਰੋਫੈਸਰ ਗਿਣੀਏ ਤਾਂ ਪੂਰੇ ਪੰਜਾਬ 'ਚ 4 ਨੇ। ਅੱਛਾ ਜੀ, ਇਹ ਹਾਲ ਤੁਸੀਂ ਇਹ ਤੁਹਾਡੀ ਜਿਹੜੀ ਹੈ ਸਰਕਾਰੀ ਕਾਲਜ ਬਚਾਓ ਜੀ ਜਿਹੜੀ ਕਮੇਟੀ ਬਣੀ ਹੈ ਪ੍ਰੋਫੈਸਰਾਂ ਜੀ। ਦੀ, ਉਹ ਕੀ ਉਦਮ ਕਰ ਰਹੀ ਹੈ? ਖਾਸ ਤੌਰ ਤੇ ਤੁਸੀਂ ਨਾਮ ਰੱਖਿਆ ਕਮੇਟੀ ਦਾ ਸਰਕਾਰੀ ਕਾਲਜ ਬਚਾਓ ਜੀ ਕਮੇਟੀ ਜੀ ਮੰਚ। ਸਰਕਾਰੀ ਕਾਲਜ ਬਚਾਓ ਮੰਚ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਨਾਮ ਆਪਾਂ ਮੰਨ ਸਕਦੇ ਹਾਂ, ਕਿਉਂਕਿ ਸਰਕਾਰਾਂ ਦੀਆਂ ਜੇ ਪਾਲਿਸੀਆਂ ਦੇਖੀਏ 1995 ਦੀ ਭਰਤੀ ਹੋਈ ਹੈ। 1995 ਤੋਂ ਬਾਅਦ ਕੋਈ ਰੈਗੂਲਰ ਪ੍ਰੋਫੈਸਰ ਹਾਇਰ ਐਜੂਕੇਸ਼ਨ ਦੇ ਵਿੱਚ ਕਾਲਜਾਂ ਦੇ ਵਿੱਚ ਭਰਤੀ ਨਹੀਂ ਹੋਇਆ। ਹੁਣ 1995 ਭਰਤੀ ਹੋਈ, ਕੁਛ ਉਦੋਂ ਪਹਿਲਾਂ ਦੇ ਭਰਤੀ ਹੋਏ ਸੀ, ਔਰ ਮੇਰੇ ਕੋਲ ਉਹ ਸੀਨੀਅਰਟੀ ਦੀ ਲਿਸਟ ਵੀ ਹੈਗੀ ਹੈ ਜਿਹਦੇ ਵਿੱਚ ਇਹ ਦੱਸਦੇ ਨੇ ਕਿ ਹੁਣ 348 ਪ੍ਰੋਫੈਸਰ ਕੰਮ ਕਰ ਰਹੇ ਆ, ਜਿਨ੍ਹਾਂ ਦੇ ਵਿੱਚੋਂ 39 ਜਾਂ 37 ਪ੍ਰੋਫੈਸਰ ਡੈਪੂਟੇਸ਼ਨ ਤੇ ਕੰਮ ਕਰ ਰਹੇ ਨੇ, ਔਰ ਉਹਨਾਂ ਦੇ ਵਿੱਚੋਂ ਲਗਭਗ 26 ਪ੍ਰੋਫੈਸਰ ਹੈ ਜਿਹੜੇ ਉਹ 2021 ਦੇ ਵਿੱਚ ਰਿਟਾਇਰ ਹੋ ਜਾਣੇ ਹੈ, ਔਰ 2024 ਤੱਕ ਜਿਹੜਾ ਹੈਗਾ ਕੋਈ ਪ੍ਰੋਫੈਸਰ ਕਾਲਜਾਂ ਦੇ ਵਿੱਚ ਬਚਣਾ ਨਹੀਂ ਹੈ। ਪ੍ਰੋਫੈਸਰ ਨਹੀਂ ਹੈ ਕਾਲਜ ਦੇ ਵਿੱਚ ਤਾਂ ਕਾਲਜ ਦੀ ਕੀ ਹੋਣ? ਸੋ ਉਹ ਕਾਲਜ ਦੀ ਹੋਂਦ ਨੂੰ ਬਚਾਉਣ ਵਾਸਤੇ ਪ੍ਰੋਫੈਸਰਾਂ ਦੀ ਭਰਤੀ ਕਰਨ ਵਾਸਤੇ ਜਿਹੜਾ ਹੈਗਾ ਸੰਘਰਸ਼ ਅਸੀਂ ਸ਼ੁਰੂ ਕੀਤਾ। ਜੇ ਭਰਤੀ ਹੋਏਗੀ ਪ੍ਰੋਫੈਸਰ ਹੋਣਗੇ ਤਾਂ ਸਟੂਡੈਂਟ ਹੋਣਗੇ। ਦੇਖੋ, ਬਿਲਡਿੰਗਾਂ ਤਾਂ ਪੜ੍ਹਾ ਨਹੀਂ ਸਕਦੀਆਂ ਸਟੂਡੈਂਟਸ ਨੂੰ। ਪ੍ਰੋਫੈਸਰਾਂ ਦੀ ਭਰਤੀ ਹੋਏਗੀ, ਸਟੂਡੈਂਟ ਆਉਣਗੇ ਤਾਂ ਕਾਲਜਾਂ ਦੀ ਜਿਹੜੀ ਹੈ ਹੋਂਦ ਬਣੀ ਰਹੇਗੀ। ਸੋ ਇਸ ਕਰਕੇ ਅਸੀਂ ਆਪਦੀ ਜਿਹੜੀ ਅਸੀਂ ਸੰਘਰਸ਼ ਕਮੇਟੀ ਦਾ ਨਾਮ ਰੱਖਿਆ ਸਰਕਾਰੀ ਕਾਲਜ ਬਚਾਓ ਮੰਚ। ਪੰਜਾਬ ਸਰਕਾਰ ਵੱਲੋਂ ਔਰ ਖਾਸ ਤੌਰ ਤੇ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ RTE ਐਕਟ ਇੱਕ ਪਾਸ ਕੀਤਾ ਗਿਆ, ਉਸ ਐਕਟ ਦੇ ਅਕੋਰਡਿੰਗ ਇਹ ਹੈ ਕਿ 30 ਬੱਚਿਆਂ ਪਿੱਛੇ ਇੱਕ ਅਧਿਆਪਕ ਹੋਣਾ ਜ਼ਰੂਰੀ ਹੈ, ਕਿ ਅਨੁਪਾਤ ਜਿਹੜਾ ਅਧਿਆਪਕ ਵਿਦਿਆਰਥੀ ਅਨੁਪਾਤ ਹੈ ਉਹ 1:30 ਹੈ। ਕਿ ਜਿਵੇਂ ਸੈਂਟਰ ਦੀ HRD ਯੂਨੀਵਰਸਿਟੀ ਦੀ ਜਿਹੜੀ UGC ਜਿਹੜੀ ਸਾਡਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੰਮ ਕਰਦਾ ਹੈ, ਉਹਨਾਂ ਦੀਆਂ ਗਾਈਡਲਾਈਨ ਕੀ ਨੇ ਪੂਰੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਭਰਤੀ ਕਰਨ ਦੀ? ਇਹ ਜ਼ਰੂਰ ਜਿਹੜਾ ਦਰਸ਼ਕਾਂ ਨੂੰ ਦੱਸੋ। ਉਹਨਾਂ ਦੀ ਇੱਕ ਦੇ ਮਤਲਬ ਇੱਕ ਪ੍ਰੋਫੈਸਰ 40 ਸਟੂਡੈਂਟ। ਓਕੇ, ਠੀਕ ਹੈ, ਉਹ ਹੈ। ਔਰ ਇੱਕ ਹੋਰ ਵੀ ਗਾਈਡਲਾਈਨਸ ਹੈ ਸਰਕਾਰੀ ਕਾਲਜਾਂ ਵਾਸਤੇ ਵੀ ਹੈ, ਪ੍ਰਾਈਵੇਟ ਕਾਲਜਾਂ ਵਾਸਤੇ ਵੀ ਹੈ, ਕਿ ਤੁਹਾਡੇ ਕਾਲਜ ਦਾ 10% ਤੋਂ ਵੱਧ ਸਟਾਫ ਤੁਸੀਂ ਮਤਲਬ ਜਿਹੜਾ ਹੈਗਾ ਕੱਚਾ ਨਹੀਂ ਰੱਖ ਸਕਦੇ।
ਤਾਂ ਉਹ ਵੀ ਸੀਮਤ ਸਮੇਂ ਵਾਸਤੇ। ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਜਿਹੜਾ ਹੈਗਾ ਟੈਂਪਰੇਰੀ ਸਟਾਫ ਰੱਖ ਲਿਆ ਜਾਂ ਅਡਹੋਕ ਤੇ ਰੱਖ ਲਿਆ 10%, ਉਹਨੂੰ ਤੁਸੀਂ ਸਾਲਾਂ ਬੱਧੀ ਕੱਚਾ ਹੀ ਰੱਖੋ। ਇਹ ਪ੍ਰੋਵੀਜ਼ਨ ਨਹੀਂ ਹੈ। ਔਰ ਜਿਹੜੇ ਹੁਣ ਹਾਲਾਤ ਚੱਲ ਰਹੇ ਨੇ, ਪਹਿਲਾਂ ਸਰਕਾਰੀ ਪ੍ਰੋਫੈਸਰ ਹੋ ਗਏ, ਉਸ ਰੈਗੂਲਰ ਜਿਨ੍ਹਾਂ ਨੂੰ ਕਹਿੰਦੇ ਆ, ਉਸ ਤੋਂ ਬਾਅਦ 'ਚ ਗੈਸਟ ਫੈਕਲਟੀ ਹੋਏ, ਉਸ ਤੋਂ ਬਾਅਦ 'ਚ ਪਾਰਟ ਟਾਈਮ ਹੋਏ, ਔਰ ਹੁਣ ਇੱਕ ਹੋਰ ਚੌਥੀ ਕੈਟਾਗਰੀ ਪੈਦਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਕਿ ਰਿਸੋਰਸ ਪਰਸਨ ਕਹਿੰਦੇ ਆ, ਜਿਨ੍ਹਾਂ ਦੀ ਸਿਰਫ ਤਨਖਾਹ 10,000 ਹੈ। ਦੇਖੋ ਪ੍ਰੋਫੈਸਰ ਦੀ ਤਨਖਾਹ। ਔਰ ਜੇ ਆਪਾਂ ਪਾਰਟ ਟਾਈਮ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਕੋਈ ਬਹੁਤੀ ਨਹੀਂ, 21,600 ਰੁਪਇਆ ਤਨਖਾਹ ਹੈ ਉਹਨਾਂ ਦੀ। ਇੱਕ ਪ੍ਰੋਫੈਸਰ MA MPhil PhD UGC ਨੈਟ, ਉਹਦੀ ਤਨਖਾਹ 21,600 ਰੱਖੀ ਹੋਈ ਹੈ। ਔਰ ਜਿਹੜੇ ਗੈਸਟ ਫੈਕਲਟੀ ਹੈ ਉਹਨਾਂ ਦੀ 55 ਜਾਂ 56,000 ਰੁਪਇਆ ਤਨਖਾਹ ਮਤਲਬ ਕਿ ਰੱਖੀ ਗਈ ਹੈ। ਅਸਲ ਵਿੱਚ ਕੀ ਮਤਲਬ ਜੇ ਸਹੀ ਪੇ ਗ੍ਰੇਡ ਦੇਖਿਆ ਜਾਵੇ ਤਾਂ 75,000 ਤੋਂ ਸ਼ੁਰੂ ਹੁੰਦੀ ਹੈ। ਅੱਜ ਕਿਉਂਕਿ ਜਿਸ ਤਰ੍ਹਾਂ ਤੁਸੀਂ ਭਰਤੀ ਦੀ ਗੱਲ ਕੀਤੀ ਹੈ, ਪੂਰੀ ਜਿਹੜੀ ਇਹ ਸਥਿਤੀ ਦੱਸਦੀ ਸੀ ਕਿ ਪੰਜਾਬ ਦੇ ਵਿੱਚ 1995 ਤੋਂ ਭਰਤੀ ਨਹੀਂ ਹੋਈ। ਜੀ। ਜਦੋਂ ਇੱਕ ਕੋਈ ਵੀ ਨੌਜਵਾਨ ਵਿਦਿਆਰਥੀ ਇਹ ਸੁਪਨਾ ਲੈਂਦਾ ਕਿ ਪ੍ਰੋਫੈਸਰ ਬਣੇਗਾ, ਉਹ ਆਪਣੇ ਜਿਹੜੇ ਨੇ ਉਹ ਦੇਸ਼ ਦੇ ਵਧੀਆ ਨਾਗਰਿਕ ਪੈਦਾ ਕਰੇਗਾ, ਉਹਨਾਂ ਨੂੰ ਪੜ੍ਹਾਏਗਾ ਕਾਲਜ ਵਿੱਚ ਜਾ ਕੇ, ਪਰ ਬੇਰੁਜ਼ਗਾਰੀ ਤੋਂ ਤੰਗ ਆ ਕੇ ਉਹ ਕਿਤੇ ਨਾ ਕਿਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਜਿਉਣ ਵਾਸਤੇ ਉਹ ਜੁਆਇਨ ਕਰਦਾ ਹੈ। ਜਦੋਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਪੜਾਉਂਦਾ ਹੈ ਤਾਂ ਫਿਰ ਉੱਥੇ ਵੀ ਉਹਦਾ ਜਿਹੜਾ ਐਕਸਪਲੋਇਟੇਸ਼ਨ ਹੈ, ਉਹ ਸ਼ੋਸ਼ਣ ਬਹੁਤ ਵੱਡੇ ਪੱਧਰ ਤੇ ਕੀਤਾ ਜਾਂਦਾ। ਇਹਨੂੰ ਕਿਵੇਂ ਦੇਖਦੇ? ਹਾਂ, ਇਹ ਰਿਐਲਿਟੀ ਤੁਸੀਂ ਜਿਹੜੀ ਗੱਲ ਕਹੀ ਹੈ ਰਿਐਲਿਟੀ ਹੈ, ਕਿਉਂਕਿ 1995 ਤੋਂ ਬਾਅਦ ਸਰਕਾਰੀ ਭਰਤੀ ਹੋਈ ਨਹੀਂ। ਔਰ ਜਿਹੜਾ ਕਿਸ਼ੋਰਾਵਸਥਾ ਦਾ ਸਮਾਂ ਹੁੰਦਾ ਹੈ ਜਾਂ ਆਪਾਂ ਕਹਿੰਦੇ ਜਵਾਨੀ ਦੀ ਅਵਸਥਾ ਹੁੰਦੀ ਹੈ, ਉਦੋਂ ਵਿਅਕਤੀ ਦੀ ਜਿਹੜੀ ਹੈਗੀ ਕਲਪਨਾ ਸ਼ਕਤੀ ਉਹ ਬਹੁਤ ਜ਼ਿਆਦਾ ਹੁੰਦੀ ਹੈ। ਉਹ ਕਿਸੇ ਨੂੰ ਆਈਡੀਅਲ ਉਹਨੇ ਬਣਾ ਲਿਆ, ਕੋਈ ਏਮ ਉਹਨੇ ਦੇਖ ਲਿਆ, ਡਿਸਾਈਡ ਕਰ ਲਿਆ, ਉਹਨੂੰ ਪੂਰਾ ਕਰਨ ਵਾਸਤੇ ਆਪਣੀ ਜਵਾਨੀ ਦਾ ਪੂਰਾ ਜ਼ੋਰ ਲਾ ਦਿੰਦਾ ਹੈ। ਜੇ ਕਿਸੇ ਨੇ ਇਹ ਏਮ ਰੱਖ ਲਿਆ ਕਿ ਮੈਂ ਪ੍ਰੋਫੈਸਰ ਬਣਨਾ ਹੈ, BA ਕੀਤੀ, MA ਕੀਤੀ, ਫਿਰ ਉਹਨੇ MPhil ਕਰ ਲਈ, ਫਿਰ ਉਹਨੇ PhD ਕਰ ਲਈ, ਨਾਲ ਨਾਲ UGC ਨੈਟ ਕਰ ਲਿਆ, ਜ਼ਿੰਦਗੀ ਦੇ ਕਿੰਨੇ ਸਾਲ ਲੱਗ ਗਏ। ਤੁਸੀਂ ਇਹ ਮੰਨ ਕੇ ਚੱਲੋ ਵੀ 6 ਸਾਲ ਦੀ ਉਮਰ 'ਚ ਦਾਖਲ ਹੁੰਦਾ ਹੈ ਬੱਚਾ, ਤਾਂ 12 ਕਲਾਸਾਂ ਪਾਸ ਕਰਦੇ 18 ਸਾਲ ਦੀ ਉਮਰ ਹੋ ਗਈ, ਫਿਰ 3 ਸਾਲ BA ਦੇ ਹੋ ਗਏ 21 ਹੋ ਗਈ, ਫਿਰ 2 ਸਾਲ MA ਦੇ ਹੋ ਗਏ 23 ਹੋ ਗਈ, ਫਿਰ 2 ਸਾਲ MPhil ਦੇ ਹੋ ਗਏ 25 ਹੋ ਗਈ, ਔਰ ਫਿਰ ਤੁਸੀਂ 3 ਜਾਂ 5 ਸਾਲ PhD ਦੀ ਲਾ ਲਓ, 30 ਸਾਲ ਦੀ ਉਮਰ ਤੱਕ ਉਹ ਪੜ੍ਹਦਾ ਹੀ ਰਹਿੰਦਾ, ਪੜ੍ਹਦਾ ਹੀ ਰਹਿੰਦਾ, ਪੜ੍ਹਦਾ ਹੀ ਰਹਿੰਦਾ। ਔਰ ਉਹ ਸਮਾਜ, ਬਾਕੀ ਸਮਾਜ ਹੈ ਜਿਹੜਾ, ਜਾਂ ਇੱਕ ਪਰਿਵਾਰ ਹੈ, ਉਹਦੇ ਨਾਲੋਂ ਕਿਤੇ ਨਾ ਕਿਤੇ ਉਹਦਾ ਗੈਪ ਵੀ ਪੈਂਦਾ ਹੈ, ਉਹਦੀ ਸੋਚ ਵੀ ਡਿਵੈਲਪ ਹੁੰਦੀ ਹੈ, ਔਰ ਇੱਕ ਅੱਛਾ ਸਿਟੀਜ਼ਨ ਵੀ ਬਣਦਾ ਹੈ। ਇਹ ਨਹੀਂ ਕਿ ਉਹ ਖਰਾਬ ਹੋ ਜਾਂਦਾ ਹੈ। PhD ਬੰਦਾ, ਪੜ੍ਹਿਆ ਲਿਖਿਆ ਬੰਦਾ, MPhil ਨੈਟ, ਉਹ ਇੱਕ ਅੱਛਾ ਨਾਗਰਿਕ ਵੀ ਬਣ ਜਾਂਦਾ ਹੈ, ਪਰ ਉਹਦੀ ਜਿਹੜੀ ਯੋਗਤਾ ਹੈ ਉਹਨੂੰ ਕਿਤੇ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇ ਤਾਂ ਹੀ। ਫਿਰ ਸਰਕਾਰ ਨੇ ਚਲੋ ਨਹੀਂ ਭਰਤੀ ਕੀਤੀ, ਪ੍ਰਾਈਵੇਟ ਕਾਲਜ, ਸਰਕਾਰੀ 48 ਕਾਲਜ ਨੇ, ਪ੍ਰਾਈਵੇਟ 1140 ਕਾਲਜ ਨੇ, UGC ਨੇ ਗਾਈਡਲਾਈਨਸ ਉਹਨਾਂ ਵਾਸਤੇ ਵੀ ਬਣਾਈਆਂ। ਔਰ ਫਿਰ ਉਹ ਪੰਜਾਬ ਦੇ ਵਿੱਚ 3 ਯੂਨੀਵਰਸਿਟੀਆਂ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਉਹਨਾਂ ਦੇ ਅੰਡਰ ਕਾਲਜਸ ਆਉਂਦੇ ਨੇ। ਔਰ ਜੇ ਆਪਾਂ ਪੰਜਾਬ ਯੂਨੀਵਰਸਿਟੀ, ਜਿਵੇਂ ਆਪਣਾ ਏਰੀਆ ਪੰਜਾਬ ਯੂਨੀਵਰਸਿਟੀ ਮੇਨ ਇਸ਼ੂ ਕਿ ਇਹ ਆਪਾਂ ਮੈਂ ਗੱਲ ਕੀਤੀ ਸੀ, ਸ਼ੋਸ਼ਣ ਦੀ ਗੱਲ ਕੀਤੀ ਹੈ, ਹਾਂ, ਸ਼ੋਸ਼ਣ ਦੀ ਗੱਲ ਕੀਤੀ। ਮੈਂ ਉੱਥੇ ਜਿਹੜੀ ਤਨਖਾਹ ਹੈ ਉਹ ਜਿਹੜੀ ਹੈ ਅਸਲ ਵਿੱਚ ਕਿੰਨੀ ਦਿੱਤੀ ਜਾਂਦੀ, ਤੇ ਉਹਨਾਂ ਦੇ ਜਿਹੜੀ ਸਿਗਨੇਚਰ ਨੇ ਜੀ, ਉਹ ਦਸਤਖਤ ਕਿੰਨੇ ਤੇ ਲੈ ਜਾਂਦੇ? ਮੈਂ ਉੱਥੇ ਹੀ ਆ ਰਿਹਾ ਸੀਗਾ ਕਿ ਦੇਖੋ ਆਪਣੀ ਜਿਹੜੀ ਯੂਨੀਵਰਸਿਟੀ ਹੈ, ਸੈਨੇਟ ਮੈਂਬਰ ਸਿੰਡੀਕੇਟ, ਇਹ ਉਹਨਾਂ ਦੀ ਇੱਕ ਬਾਡੀ ਹੈ। ਸਰਕਾਰ ਨੇ ਹੈਲਪ ਕਰਨੀ ਹੈ, ਸਰਕਾਰ ਨੇ ਹੈਲਪ ਕਰਨੀ, ਜੋ ਫੰਡ ਸੈਂਟਰ ਗਵਰਨਮੈਂਟ ਨੇ ਦੇਣਾ ਹੈ ਔਰ ਜੋ ਪੰਜਾਬ ਸਰਕਾਰ ਨੇ ਦੇਣਾ ਹੈ, ਔਰ ਉਸ ਤੋਂ ਬਾਅਦ ਚਲਾਉਣਾ ਕਿਵੇਂ ਹੈ, ਉਹ ਸੈਨੇਟ ਜਾਣੇ ਤੇ ਸਿੰਡੀਕੇਟ ਜਾਣੇ। ਉਹਨਾਂ ਨੇ ਇਹ ਬਣਾਇਆ ਹੋਇਆ ਕਿ ਜੇ ਤੁਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਵੀ ਕੋਈ ਪ੍ਰੋਫੈਸਰ ਯੋਗਤਾ ਰੱਖਦਾ ਹੈ, ਜੇ ਉਹ ਐਲੀਜੀਬਲ ਨਹੀਂ ਹੈ, ਤਾਂ ਵੀ ਤੁਸੀਂ ਉਹਨੂੰ 15,600 ਰੁਪਇਆ ਤਨਖਾਹ ਦੇਣੀ ਹੈ। ਐਡਹੋਕ ਤੇ ਰੱਖਦੇ ਹੋ, ਐਡਹੋਕ ਕਹਿੰਦੇ ਨੇ ਜਾਂ ਟੈਂਪਰੇਰੀ ਬੇਸ ਕਹਿੰਦੇ ਆ। ਔਰ ਜੇ ਤੁਸੀਂ ਐਲੀਜੀਬਲ ਵੀ ਰੱਖ ਲਿਆ ਤਾਂ ਉਹਨੂੰ 15,600 ਦੇ ਕੇ ਨਾਲ ਦੀ ਨਾਲ, ਕਿਉਂਕਿ ਉਹਨੇ ਅਪਲਾਈ ਕੀਤਾ ਹੁੰਦਾ 21 ਦਿਨਾਂ ਦੇ ਵਿੱਚ ਐਡਵਰਟਾਈਜ਼ਮੈਂਟ ਆਉਣ ਤੋਂ ਬਾਅਦ 21 ਦਿਨਾਂ ਦੇ ਵਿੱਚ ਅਪਲਾਈ ਕਰਨਾ ਹੁੰਦਾ। ਅਪਲਾਈ ਕਰਨ ਤੋਂ ਤੁਰੰਤ ਬਾਅਦ ਕਾਲਜ ਜਿਹੜਾ ਯੂਨੀਵਰਸਿਟੀ ਨੂੰ ਪੈਨਲ ਵਾਸਤੇ ਬੇਨਤੀ ਕਰਦਾ ਹੈ, ਔਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ ਜਿਹੜਾ ਪੈਨਲ ਦਿੰਦਾ ਹੈ 5-7 ਜਿਹਦੇ 'ਚ ਵਿਦਵਾਨ ਹੁੰਦੇ ਨੇ ਕਿ ਸਿਲੈਕਸ਼ਨ ਹੋਵੇ ਉਹਦੀ ਇੰਟਰਵਿਊ ਲੈ ਕੇ ਕੈਂਡੀਡੇਟ ਦੀ, ਔਰ ਤੁਰੰਤ ਜੁਆਇਨ ਕਰਨ ਤੋਂ ਬਾਅਦ 21,000 ਤੇ ਜਿਹੜੀ 700 ਤਨਖਾਹ ਰੱਖੀ ਗਈ ਹੈ।
ਉਹ ਦੇਣੀ ਹੁੰਦੀ ਹੈ। ਜੀ 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੈ। 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਗਾਈਡਲਾਈਨਸ ਦੇ ਅਨੁਸਾਰ ਜਦੋਂ ਪੂਰਾ ਹੋ ਜਾਂਦਾ ਹੈ ਤਾਂ ਉਸ ਨੂੰ ਜਿਹੜਾ ਉਹਦਾ ਬਣਦਾ ਪੂਰਾ ਗ੍ਰੇਡ ਦੇਣਾ ਹੈ ਪੱਕੇ ਤੌਰ ਤੇ। ਪੱਕੇ ਤੌਰ ਤੇ। ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਰਿਹਾ। ਠੀਕ ਹੈ, ਸ਼ੋਸ਼ਣ ਕੀਤਾ ਜਾਏ। ਸ਼ੋਸ਼ਣ ਕੀਤਾ ਜਾਂਦਾ ਹੈ। ਨੈਟ ਕੁਆਲੀਫਾਈ ਬੰਦਿਆਂ ਨੂੰ ਵੀ 12-12 ਹਜ਼ਾਰ ਰੁਪਇਆ ਦਿੱਤਾ ਜਾਂਦਾ ਹੈ। ਬੇਸ਼ੱਕ ਉਹਨਾਂ ਦੇ ਸਾਈਨ 15-600 ਤੇ ਕਰਾ ਲਏ ਜਾਂਦੇ ਆ, ਜਾਂ ਕਿਸੇ ਦੀ ਇੰਟਰਵਿਊ ਕਰਾ ਲਈ ਔਰ ਤਨਖਾਹ ਉਹਨਾਂ ਨੂੰ ਫਿਰ ਵੀ 12,000 ਔਰ ਸਾਈਨ 21,600 ਤੇ। ਔਰ ਜਿਹੜੀ ਗੱਲ ਆਪਾਂ ਪ੍ਰੋਬੇਸ਼ਨ ਪੀਰੀਅਡ ਦੀ ਕੀਤੀ ਸੀ, 2 ਸਾਲ ਦੀ ਗੱਲ ਹੈ, 3-3 4-4 ਸਾਲ ਚੱਲੀ ਜਾਂਦਾ ਹੈ ਠੀਕ ਕਿ ਹਜੇ ਤੱਕ ਤਾਂ ਇਹਨੂੰ ਪਰਮਾਨੈਂਟ ਕਰਨ ਦੇ ਯੋਗ ਨਹੀਂ ਹੋਇਆ, ਅਸੀਂ ਕਰਦੇ ਹਾਂ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਵੈਲ ਕੁਆਲੀਫਾਈਡ ਬੰਦਾ ਜਿਹੜਾ ਹੈਗਾ ਉਹ ਫਰਸਟ੍ਰੇਸ਼ਨ ਦਾ ਸ਼ਿਕਾਰ ਹੋਣਾ ਲਾਜ਼ਮੀ ਹੈ। ਪ੍ਰਸ਼ਨ ਹੈ ਜੀ ਉਹ ਇਹ ਹੈ ਕਿ ਤੁਸੀਂ ਇੱਕ ਉਦਮ ਕੀਤਾ ਹੈ ਜੀ ਸਰਕਾਰੀ ਕਾਲਜ ਬਚਾਓ ਮੰਚ, ਜੀ ਕਿਉਂਕਿ ਜੇ ਸਰਕਾਰੀ ਕਾਲਜ ਬਚਣਗੇ ਤੇ ਪੰਜਾਬ ਦੇ ਨੌਜਵਾਨਾਂ ਵਾਸਤੇ, ਵਿਦਿਆਰਥੀਆਂ ਵਾਸਤੇ ਇੱਕ ਵੱਡੀ ਪ੍ਰਾਪਤੀ ਹੋਏਗੀ। ਜੀ ਇਹਨਾਂ ਸਰਕਾਰੀ ਕਾਲਜਾਂ ਨੂੰ ਬਚਾਉਣ ਵਾਸਤੇ ਤੁਸੀਂ ਕੀ ਆਪਣੀ ਇਸ ਮੰਚ ਵੱਲੋਂ ਰਣਨੀਤੀ ਤਿਆਰ ਕੀਤੀ ਹੈ ਜੀ। ਔਰ ਲੋਕਾਂ ਵਿੱਚ ਕਿਵੇਂ ਲੈ ਕੇ ਜਾਓ? ਸਭ ਤੋਂ ਪਹਿਲਾਂ ਮੀਟਿੰਗ ਕਰਕੇ ਇਹਦੀ ਇੱਕ ਕੋਰ ਕਮੇਟੀ ਬਣੀ। ਉਸ ਤੋਂ ਤੁਰੰਤ ਬਾਅਦ ਜਿਹੜਾ ਹੈਗਾ ਉੱਚ ਸਿੱਖਿਆ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ। ਕੋਈ ਰਿਸਪੌਂਸ ਨਹੀਂ ਆਇਆ। ਆਮ ਯੂਨੀਅਨਸ ਜਿਹੜੀਆਂ ਹੁੰਦੀਆਂ ਜਾਂ ਆਮ ਲੋਕ ਜਦੋਂ ਸਰਕਾਰ ਦੀ ਆਲੋਚਨਾ ਕਰਦੇ ਉਹ ਕਹਿੰਦੇ ਵੀ ਸਰਕਾਰ ਅੰਨੀ ਹੈ ਤੇ ਬੋਲੀ ਹੈ, ਪਰ ਅਸੀਂ ਕਹਿੰਦੇ ਸਰਕਾਰ ਗੂੰਗੀ ਵੀ ਹੈ। ਉਹ ਕਿਵੇਂ? ਤ੍ਰਿਪਤ ਰਜਿੰਦਰ ਬਾਜਵਾ ਜੀ ਨੂੰ ਮੰਗ ਪੱਤਰ ਦਿੱਤਾ, ਕੋਈ ਜਵਾਬ ਨਹੀਂ ਆਇਆ। ਤੀਜੇ ਚੌਥੇ ਦਿਨ ਅਸੀਂ ਵਿਧਾਨ ਸਭਾ ਆਪਣੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇੱਕ ਦਿਨਾ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਸੀ। ਉੱਥੇ ਅਸੀਂ ਆਪਦੇ ਜਿਹੜੇ ਹੈਗੇ ਆ ਮੰਚ ਦੇ ਮੈਂਬਰ ਗਏ। ਉੱਥੇ ਵਿਧਾਨ ਸਭਾ ਦੇ ਮੈਂਬਰਾਂ ਨੂੰ, ਸਾਰੇ ਮੈਂਬਰਾਂ ਨੂੰ ਅਸੀਂ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਮਟਕਾ ਚੌਂਕ ਤੇ ਰੋਕ ਲਿਆ ਗਿਆ। ਪੁੱਛਿਆ ਗਿਆ ਪ੍ਰਸ਼ਾਸਨ ਵੱਲੋਂ ਵੀ ਕਿਹੜੀ ਪਾਰਟੀ ਨੂੰ ਮਿਲਣਾ, ਤੁਸੀਂ ਕਿਹਨੂੰ ਮਿਲਣਾ? ਤਾਂ ਸਾਡੇ ਮੈਂਬਰਾਂ ਨੇ ਕਿਹਾ ਕਿ ਅਸੀਂ MLAs ਨੂੰ ਮਿਲਣਾ, ਸਾਨੂੰ ਪਾਰਟੀ ਤਾਂ ਹੀ ਕੋਈ ਮਤਲਬ ਨਹੀਂ। ਪੰਜਾਬ ਦੇ ਵਿੱਚੋਂ 117 MLAs ਉਹ ਪੂਰੇ ਪੰਜਾਬ 'ਚੋਂ ਚੁਣ ਕੇ ਗਏ ਹੈ, ਉਹ ਸਾਰੇ ਹੀ ਸਾਡੇ ਨੇ। ਅਸੀਂ ਉਹਨਾਂ ਨੂੰ ਹੀ ਮੰਗ ਪੱਤਰ ਦੇਣਾ ਹੈ ਕਿ ਸਾਡੇ ਵੀ ਗੱਲ ਤੁਸੀਂ ਵਿਧਾਨ ਸਭਾ ਦੇ ਵਿੱਚ ਵਿਚਾਰੋ। ਪਰ ਚਲੋ ਉਧਰ ਨਹੀਂ ਜਾਣ ਦਿੱਤਾ ਗਿਆ। ਇੱਕ ਦਿਨਾ ਸੈਸ਼ਨ ਸੀ। ਮੁੱਖ ਮੰਤਰੀ ਸਾਹਿਬ ਦੇ OSD ਮਿਸਟਰ ਬਾਂਸਲ ਉਹ ਮੰਗ ਪੱਤਰ ਲੈ ਗਏ। ਵਿਰੋਧੀ ਧਿਰ ਦੇ ਵੀ ਮਜੀਠੀਆ ਸਾਹਿਬ ਮੰਗ ਪੱਤਰ ਲੈ ਗਏ, ਪਰ ਗੱਲ ਬਿਆਨ ਕਿਸੇ ਨੇ ਨਹੀਂ। ਨਾ ਤਾਂ ਉਧਰੋਂ ਕੋਈ ਰਿਸਪੌਂਸ ਸਰਕਾਰ ਵੱਲੋਂ ਰਿਸਪੌਂਸ ਆਇਆ, ਨਾ ਵਿਰੋਧੀ ਧਿਰ ਵੱਲੋਂ ਕੋਈ, ਔਰ ਆਮ ਆਦਮੀ ਪਾਰਟੀ ਵੱਲੋਂ ਤਾਂ ਕੋਈ ਮੰਗ ਪੱਤਰ ਲੈਣ ਵੀ ਨਹੀਂ ਆਇਆ। ਚਲੋ ਫਰਦਰ ਸਾਡੀ ਰਣਨੀਤੀ ਸੀ ਕਿ ਦੇਖੋ ਜੀ ਕਿਸੇ ਪਾਸੋਂ ਕੋਈ ਰਿਸਪੌਂਸ ਨਹੀਂ ਆ ਰਿਹਾ, ਪਰ ਅਸੀਂ ਤਾਂ ਆਪਦਾ ਸੰਘਰਸ਼ ਕਰਨਾ ਹੀ ਹੈ ਜੀ। ਅਸੀਂ ਸਰਕਾਰ ਨੂੰ ਬੇਸ਼ਰਮ ਕਰਨ ਵਾਸਤੇ, ਸਰਕਾਰ ਦੀ ਬੇਸ਼ਰਮੀ ਦੀ ਇੰਤਹਾ ਹੋ ਗਈ। ਅਸੀਂ ਸਾਰਿਆਂ ਨੇ ਹਬੋਰ ਤੋਂ ਸਬਜ਼ੀ ਦੀ ਰੇਹੜੀ ਲਾਈ। ਅਸੀਂ ਸਾਰਿਆਂ ਨੇ ਜਿਹੜੇ MPhil PhD ਐਲੀਜੀਬਲ PhD ਦੇ ਵੀ ਕੈਂਡੀਡੇਟ ਸੀਗੇ 2 ਉਹਦੇ 'ਚ, ਅਸੀਂ ਨਹਿਰੂ ਪਾਰਕ ਦੇ ਕੋਲੇ ਸਬਜ਼ੀ ਦੀ ਜਿਹੜੀ ਹੈਗੀ ਰੇਹੜੀ ਲਾਈ, ਸਬਜ਼ੀ ਵੇਚੀ, ਬਾਜ਼ਾਰ ਦੇ ਵਿੱਚ ਮਾਰਚ ਕੀਤਾ, ਟੀਚਰ ਹੋਮ ਕੋਲ ਜਾ ਕੇ ਵੀ ਸਬਜ਼ੀ ਵੇਚੀ। ਔਰ ਉਸ ਤੋਂ ਦੂਜੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਰੇਹੜੀ ਲਾ ਕੇ ਸਬਜ਼ੀ ਵੇਚੀ ਗਈ। ਤੀਜੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉੱਥੇ ਸਬਜ਼ੀ ਵੇਚੀ ਗਈ। ਪਰ ਸਰਕਾਰ ਵੱਲੋਂ ਹਜੇ ਤੱਕ ਵੀ ਕੋਈ ਸਟੇਟਮੈਂਟ ਨਹੀਂ ਹੈ। ਕੱਲ ਮੈਂ ਪਿੰਡਾਂ ਦੇ ਵਿੱਚ ਉਤਰਿਆ, ਮੇਰੀ ਟੀਮ ਪਿੰਡਾਂ ਦੇ ਵਿੱਚ ਉਤਰੀ ਹੈ। ਅਸੀਂ ਪਿੰਡਾਂ ਦੇ ਵਿੱਚ ਜਦੋਂ ਲੋਕਾਂ ਨੂੰ ਇਕੱਠਾ ਕੀਤਾ, ਲੋਕਾਂ ਨੂੰ ਗੱਲਾਂ ਦੱਸੀਆਂ, ਇਹ ਐਡੀ ਹੈਰਾਨੀ ਹੋਈ ਉਹਨਾਂ ਨੂੰ। ਉਹ ਕਹਿੰਦੇ ਵੀ ਸਾਡੇ ਤਾਂ ਭਵਿੱਖ ਦਾ ਸਵਾਲ ਹੈ, ਕਿਸੇ ਦਾ ਬੇਟਾ ਐਡਾ ਹੈ ਕਿ ਕਾਲਜ 'ਚ ਮਤਲਬ ਕਿ ਐਂਟਰ ਹੋਣ ਵਾਲਾ ਹੈ, ਕਿਸੇ ਦਾ ਬੱਚਾ ਹੋਰ 2-4 ਸਾਲਾਂ ਨੂੰ ਐਂਟਰ ਹੋ ਜਾਏਗਾ, ਤਾਂ ਪ੍ਰੋਫੈਸਰ ਤਾਂ ਹੈ ਹੀ ਨਹੀਂ ਉੱਥੇ। ਔਰ ਪ੍ਰਾਈਵੇਟ ਕਾਲਜ ਭਲੀ ਭਾਂਤ ਚੱਲ ਰਹੇ, ਉੱਥੇ ਤਾਂ ਸਟੂਡੈਂਟਸ ਦੀ ਮਤਲਬ ਕਿ ਭਰਮਾਰ ਹੈ। ਤਾਂ ਉਹਨਾਂ ਨੇ ਸਾਨੂੰ ਐਡਾ ਸਮਰਥਨ ਦਿੱਤਾ। ਉਹਨਾਂ ਨੇ ਕਿਹਾ ਪ੍ਰੋਫੈਸਰ ਸਾਹਿਬ, ਜਦੋਂ ਵੀ ਕਿਤੇ ਤੁਸੀਂ ਕੋਈ ਇਕੱਠ ਕਰਨਾ ਹੈ, ਪ੍ਰੋਟੈਸਟ ਕਰਨਾ ਹੈ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਫੰਡ ਦੀ ਲੋੜ ਹੈ, ਅਸੀਂ ਤਿਆਰ ਬੈਠੇ ਹਾਂ। ਸੋ ਹੁਣ ਸਾਡੀ ਅਗਲੀ ਸਟ੍ਰੈਟੇਜੀ ਹੈ ਜਿਹੜੀ ਪਿੰਡਾਂ 'ਚ ਉਤਰਨ ਦੀ ਹੈ ਸਭ ਤੋਂ। ਔਰ ਉਸ ਤੋਂ ਪਹਿਲਾਂ 9 ਸਤੰਬਰ ਤੋਂ ਲੈ ਕੇ 16 ਜਾਂ 17 ਸਤੰਬਰ ਤੱਕ ਜੌਬ ਫੇਅਰ ਪੰਜਾਬ ਸਰਕਾਰ ਲਾ ਰਹੀ ਆ। ਡਿਸਟ੍ਰਿਕਟ ਹੈੱਡਕੁਆਰਟਰ ਰੁਜ਼ਗਾਰ ਮੇਲਾ ਜਿਹਨੂੰ ਕਹਿੰਦੇ ਆ, ਉਹਦੇ 'ਚ ਕਹਿੰਦੇ ਆ ਕਿ ਨੌਕਰੀਆਂ ਮਿਲਦੀਆਂ, ਪਰ ਮੈਨੂੰ ਨਹੀਂ ਲੱਗਦਾ ਵੀ ਨੌਕਰੀਆਂ ਮਿਲਦੀਆਂ। ਜੇ ਮਿਲਦੀਆਂ ਤਾਂ 8-7 ਹਜ਼ਾਰ ਵਾਲੀ, 10 ਹਜ਼ਾਰ ਵਾਲੀ ਨੌਕਰੀ, ਉਹ ਵੀ ਦਿੱਲੀ ਰਹਿਣਾ ਜਾਂ ਜਿੰਨੇ ਕੁ ਮਤਲਬ ਕਿ ਬੰਦਾ ਸਰਵਾਈਵ ਹੀ ਨਹੀਂ ਕਰ ਪਾਉਂਦਾ, ਉਹ ਜਿਹੀਆਂ ਨੌਕਰੀਆਂ ਮਿਲਦੀਆਂ ਰਹੀਆਂ ਉੱਥੇ, ਹੁਣ ਵੀ ਉਹ ਜਿਹੀਆਂ ਮਿਲਦੀਆਂ। ਉੱਥੇ ਅਸੀਂ ਗਲ 'ਚ ਤਖਤੀ ਪਾ ਕੇ ਜਾਣਾ ਹੈ
ਵੀ ਆਹ ਸਾਡੀ ਕੁਆਲੀਫਿਕੇਸ਼ਨ ਹੈ, ਤੁਸੀਂ ਸਾਨੂੰ ਦੱਸੋ ਵੀ ਕਿੱਥੇ ਰੁਜ਼ਗਾਰ ਦਿਓਗੇ ਔਰ ਕਿੰਨੀ ਤਨਖਾਹ ਦਿਓਗੇ। ਠੀਕ ਹੈ। ਕਿਉਂਕਿ ਜੇ ਤੁਸੀਂ ਕਹੋ ਵੀ ਤੁਹਾਨੂੰ ਕਿਤੇ ਪ੍ਰਾਈਵੇਟ ਕਾਲਜਾਂ 'ਚ ਜਾਂ ਕਿਤੇ ਲਵਾ ਦਿੰਦੇ ਆ, ਜੇ ਤਨਖਾਹ ਤੁਸੀਂ 12 ਜਾਂ 15,000 ਦੇਣੀ ਹੈ, ਉਹ ਤਾਂ ਸ਼ੋਸ਼ਣ ਵਾਲੀ ਗੱਲ ਹੀ ਹੋਊਗੀ। ਇਦੋਂ ਤਾਂ ਅਸੀਂ ਸਬਜ਼ੀ ਵੇਚ ਕੇ ਵੱਧ ਕਮਾ ਲਾਂਗੇ। ਔਰ ਉਸ ਤੋਂ ਅਗਲੀ ਰਣਨੀਤੀ, ਜੇ ਸਰਕਾਰ ਫੇਰ ਵੀ ਨਹੀਂ ਜਾਗਦੀ, ਫਿਰ ਅਸੀਂ ਪਿੰਡਾਂ 'ਚ ਉਤਰਾਂਗੇ। ਪਿੰਡ ਦੇ ਵਿੱਚ ਜਾ ਕੇ ਅਸੀਂ ਇੱਕ ਵਾਰੀ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਜਗਾਵਾਂਗੇ, ਸਾਰੀ ਕਮਿਊਨਿਟੀ ਨੂੰ ਜਗਾਵਾਂਗੇ। ਉਸ ਤੋਂ ਬਾਅਦ 'ਚ ਜਿਹੜੇ ਵੱਡੇ ਇਕੱਠ ਹੋਣਗੇ, ਰੈਲੀਆਂ ਹੋਣਗੀਆਂ। ਔਰ ਮੈਨੂੰ ਉਮੀਦ ਹੈ, ਪੂਰੀ ਉਮੀਦ ਹੈ ਕਿ ਪੰਜਾਬ ਦੇ ਜੁਝਾਰੂ ਲੋਕ ਜਦੋਂ ਇਹਨਾਂ ਨੂੰ ਕੋਈ ਚੈਲੰਜ ਕਰਦਾ ਹੈ ਤਾਂ ਇਹਨਾਂ ਨੇ ਚੈਲੰਜ ਸਵੀਕਾਰ ਕੀਤਾ। ਔਰ ਇਹਨਾਂ ਨੇ ਤਾਂ ਵੱਡੇ ਜਿਹੜੇ ਹੈਗੇ ਆ ਡਾਕੂਆਂ ਦੇ ਮੂੰਹ ਮੋੜਤੇ। ਤਾਂ ਹੁਣ ਜਿਹੜੀ ਸਰਕਾਰ ਹੈ, ਇਹ ਤਾਂ ਫਿਰ ਵੀ ਕੌਨਸਟੀਟਿਊਸ਼ਨਲ ਤਰੀਕੇ ਨਾਲ, ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀ ਗਈ ਹੈ। ਤਾਂ ਡੈਮੋਕ੍ਰੈਟਿਕ ਤਰੀਕੇ ਨਾਲ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਬਦਲੇਗੀ। ਇੱਕ ਹੈ ਕਿ ਪੂਰੇ ਦੇਸ਼ ਦੇ ਵਿੱਚ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਜੀ ਕਿਸੇ ਵੀ ਸੰਸਦ ਦੇ ਵਿੱਚ, ਸਦਨ ਦੇ ਵਿੱਚ, ਜੀ ਚਾਹੇ ਉਹ ਲੋਕ ਸਭਾ ਹੋਵੇ ਚਾਹੇ ਰਾਜ ਸਭਾ ਹੋਵੇ, ਜੀ ਜਿਹੜਾ ਸਭ ਲਈ ਇੰਪਲਾਇਮੈਂਟ ਦੀ ਗਰੰਟੀ ਦਾ ਕਾਨੂੰਨ ਦੀ ਗੱਲ ਨਹੀਂ ਚੱਲੀ। ਜੀ ਲਾਸਟ ਈਅਰ ਦੇ ਵਿੱਚ, ਪਿਛਲੇ ਸਾਲ ਦੇ ਵਿੱਚ, ਇੱਕ ਕੇਰਲਾ ਤੋਂ ਜਿਹੜੇ MP ਨੇ, ਰਾਜ ਸਭਾ ਮੈਂਬਰ ਨੇ ਜੀ ਸ਼੍ਰੀ ਬਨਾਏ ਵਿਸ਼ਵਮ ਜੀ, ਉਹਨਾਂ ਨੇ ਕਿਹਾ ਹੈ ਕਿ ਪ੍ਰਾਈਵੇਟ ਜਿਹੜਾ ਰੈਜੂਲੇਸ਼ਨ ਲਿਆਂਦਾ ਹੈ, ਜੀ ਇੱਕ ਪ੍ਰਾਈਵੇਟ ਮਤਾ ਲਿਆਂਦਾ ਜੀ ਕਿ ਸਭ ਲਈ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਨਾ ਚਾਹੀਦਾ, ਚਾਹੇ ਉਹ ਪ੍ਰੋਫੈਸਰ ਹੋਵੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਅਣਸਿੱਖਿਅਤ ਹੈ, ਸਿੱਖਿਅਤ ਹੈ ਔਰ ਉੱਚ ਸਿੱਖਿਅਤ ਹੈ, ਸਭ ਲਈ ਕਾਨੂੰਨ ਬਣਨਾ ਚਾਹੀਦਾ। ਜੀ। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਹਾਂਜੀ, ਇਹ ਉਹਨਾਂ ਨੇ ਪ੍ਰਾਈਵੇਟ ਬਿੱਲ ਲਿਆਂਦਾ ਸੀਗਾ। ਔਰ ਇਸ ਦੇ ਸੰਬੰਧ 'ਚ ਜਿਹੜਾ ਹੈਗਾ, ਨੌਜਵਾਨਾਂ ਨੇ ਸਾਊਥ ਇੰਡੀਆ ਤੋਂ ਲੈ ਕੇ ਔਰ ਹੁਸੈਨੀਵਾਲਾ ਬਾਰਡਰ ਤੱਕ ਮਾਰਚ ਵੀ ਕੀਤਾ ਸੀਗਾ। ਹੋਣਾ ਚਾਹੀਦਾ, ਸਰਕਾਰ ਦੀ ਰਿਸਪੌਂਸਿਬਿਲਟੀ ਹੈ। ਸਰਕਾਰਾਂ ਕਿਵੇਂ ਚੱਲਦੀਆਂ? ਲੋਕਾਂ ਦੇ ਪੈਸੇ ਤੇ ਚੱਲਦੀਆਂ, ਜਨਤਾ ਦੇ ਪੈਸੇ ਤੇ ਚੱਲਦੀਆਂ। ਔਰ ਪੈਸੇ ਦੀ ਅਥਾਰਟੇਟਿਵ ਜਿਹੜੀ ਹੈਗੀ ਐਲੋਕੇਸ਼ਨ ਕਰਨੀ ਹੁੰਦੀ ਹੈ, ਇਹ ਸਰਕਾਰ ਦਾ ਕੰਮ ਹੈ। ਔਰ ਸਰਕਾਰ ਬੇਸਿਕ ਜਿਹੜੀਆਂ ਨੀਡਸ ਹੈਗੀਆਂ, ਕੁੱਲੀ ਗੁੱਲੀ ਤੇ ਚੁੱਲੀ, ਰੁਜ਼ਗਾਰ ਹੋਵੇ ਲੋਕਾਂ ਕੋਲੇ, ਖਾਣ ਨੂੰ ਰੋਟੀ ਹੋਵੇ, ਮਕਾਨ ਹੋਵੇ, ਰਹਿਣ ਨੂੰ ਮਕਾਨ ਹੋਵੇ, ਮੈਡੀਕਲ ਫੈਸਿਲਿਟੀਜ਼ ਹੋਣ, ਪ੍ਰਾਇਮਰੀ ਬੇਸਿਕ ਐਜੂਕੇਸ਼ਨ ਹੋਵੇ। ਇਹ ਸਰਕਾਰ ਦੀਆਂ ਜਿਹੜੀਆਂ ਹੈਗੀਆਂ ਬੇਸਿਕ ਜ਼ਿੰਮੇਵਾਰੀਆਂ ਹੈ। ਪਰ ਸਰਕਾਰ ਨੇ ਇਹਨਾਂ ਨੂੰ ਬਿਲਕੁਲ, ਮਤਲਬ ਕਿ ਇਹ ਟੌਪ ਤੇ ਹੋਣੀਆਂ ਚਾਹੀਦੀਆਂ ਸੀ, ਬਿਲਕੁਲ ਬਾਟਮ ਤੇ ਰੱਖ ਰੱਖਿਆ। ਬਹੁਤ ਬਦਕਿਸਮਤੀ ਦੀ ਗੱਲ ਹੈ। ਇਹਨਾਂ 3-4 ਜਿਹੜੇ ਮੁੱਦੇ ਨੇ, ਐਜੂਕੇਸ਼ਨ, ਮੈਡੀਕਲ ਔਰ ਰੁਜ਼ਗਾਰ, ਇਹਨਾਂ ਨੂੰ ਬਿਲਕੁਲ ਉੱਪਰ ਰੱਖਣਾ ਚਾਹੀਦਾ ਹੈ। ਔਰ ਪ੍ਰਾਈਵੇਟ ਬਿੱਲ ਜੇ ਪੇਸ਼ ਹੋਇਆ ਤਾਂ ਸਪੀਕਰ ਸਾਹਿਬ ਨੂੰ, ਲੋਕ ਸਭਾ ਸਾਰੇ ਉਹਨੂੰ ਡਿਸਕਸ ਕਰਾ ਕੇ ਉਹਨੂੰ ਪਾਸ ਕਰਾਉਣਾ ਚਾਹੀਦਾ। ਗੁਰਪ੍ਰੀਤ ਜੀ, ਤੁਸੀਂ ਠੇਠ ਪੰਜਾਬੀ TV ਦੇ ਵਿਹੜੇ ਵਿੱਚ ਆਏ, ਉੱਚ ਸਿੱਖਿਆ ਬਾਰੇ ਪੂਰੇ ਪੰਜਾਬ ਦੇ, ਪੂਰੇ ਦੇਸ਼ ਦੇ, ਈਵਨ ਕਿ ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਹਾਲਤ ਕੀ ਹੈ। ਔਰ ਖੁਦ ਤੁਸੀਂ ਇਸ ਲਈ ਪੀੜਤ ਹੋ, ਕਿਉਂਕਿ ਪ੍ਰੋਫੈਸਰ ਹੋਣ ਦੇ ਬਾਵਜੂਦ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਹੋ ਕਿ ਅਸੀਂ ਰੇਹੜੀ ਲਾਉਣ ਲਈ ਮਜਬੂਰ ਹਾਂ। ਜੀ, ਤੁਸੀਂ ਆਏ ਹੋ ਠੇਠ ਪੰਜਾਬੀ TV ਵਿੱਚ ਆਉਣ ਲਈ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਜੀ। ਔਰ ਦਰਸ਼ਕਾਂ ਨੂੰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੇ ਵੈਲ ਕੁਆਲੀਫਾਈਡ ਲੋਕ ਨੇ, ਉਹਨਾਂ ਦੇ ਝੁੰਡ ਨਹੀਂ ਹੁੰਦੇ। UGC ਨੈਟ, MPhil PhD ਕੁਆਲੀਫਾਈ ਲੋਕ ਇੰਨਾ ਇਕੱਠ ਨਹੀਂ ਕਰ ਸਕਦੇ ਕਿ ਜਿੰਨਾ ਮਤਲਬ ਕਿ ਕਿਸਾਨ ਕਰ ਸਕਦੇ ਹੈ ਜਾਂ ਹੋਰ ਕੋਈ ਯੂਨੀਅਨਸ ਕਰ ਸਕਦੀਆਂ। ਸਾਡੀ ਠੇਠ ਪੰਜਾਬੀ TV ਦੇ ਥਰੂ ਦੇ ਮਾਧਿਅਮ ਨਾਲ ਸਾਡੀ ਬੇਨਤੀ ਕਿ ਤੁਸੀਂ ਸਾਡੀ ਮਦਦ ਕਰੋ, ਸਾਡੇ ਸੰਘਰਸ਼ 'ਚ ਕੁੱਦੋ। ਜਿਸ ਤਰ੍ਹਾਂ ਦੀ ਵੀ ਤੁਸੀਂ ਮਦਦ ਕਰ ਸਕਦੇ ਹੋ। ਪੰਜਾਬੀ, ਪੰਜਾਬ 'ਚ ਰਹਿਣ ਵਾਲੇ, ਪੰਜਾਬ ਤੋਂ ਬਾਹਰ ਰਹਿਣ ਵਾਲੇ, ਕਿਉਂਕਿ ਨਾਲਲੇ ਸੂਬਿਆਂ ਦੇ ਹਾਲਾਤ ਠੀਕ ਨੇ, ਹਰੇਕ 5 ਸਾਲ ਬਾਅਦ ਉੱਥੇ ਭਰਤੀ ਹੁੰਦੀ ਹੈ, ਉਹ ਵੀ ਸਾਡੀ ਮਦਦ ਕਰਨ। ਔਰ ਖਾਸ ਕਰਕੇ ਸਾਡੇ ਜਿਹੜੇ NRI ਵੀਰ ਨੇ, ਉਹਨਾਂ ਨੂੰ ਮੇਰੀ ਜਿਹੜੀ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਵੀ ਇੱਥੋਂ ਹੀ ਪੜ੍ਹ ਕੇ ਗਏ ਹੋ ਔਰ ਕੱਲ੍ਹ ਨੂੰ ਤੁਹਾਡੇ ਬੱਚਿਆਂ ਨੇ ਸੈਰ ਦੇ ਬਹਾਨੇ ਜਾਂ ਕਿਵੇਂ ਨਾ ਕਿਵੇਂ, ਜਾਂ ਤੁਸੀਂ ਆਪਦਾ ਜਿਹੜਾ ਹੈਗਾ ਵਿਰਾਸਤ ਨੂੰ ਸਾਂਭਣ ਵਾਸਤੇ, ਵਿਰਸੇ ਨੂੰ ਸਾਂਭਣ ਵਾਸਤੇ ਪੰਜਾਬ 'ਚ ਗੇੜਾ ਮਾਰਨਾ ਹੈ। ਔਰ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਸਰਕਾਰੀ ਕਾਲਜ ਨਾ ਉੱਜੜਨ, ਤੁਹਾਨੂੰ ਸਰਕਾਰੀ ਕਾਲਜ ਵਿਖਣ ਔਰ ਗਰੀਬ ਲੋਕ ਵੀ ਤੁਹਾਨੂੰ ਪੜ੍ਹਦੇ ਦਿਖਾਈ ਦੇਣ, ਤਾਂ ਸਾਡੀ ਜਿਹੜੀ ਹੈਗੀ ਮੰਚ ਦੀ ਮਦਦ ਕੀਤੀ ਜਾਵੇ ਔਰ ਆਪਾਂ ਸਰਕਾਰ ਤੋਂ ਇਹ ਜਿਹੜੀ ਮੰਗ ਮਨਵਾਈਏ ਔਰ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੀ ਹੈਗੀਆਂ ਰੌਣਕਾਂ ਵਾਪਸ ਲੈ ਕੇ ਆਈਏ। ਬਹੁਤ ਬਹੁਤ ਧੰਨਵਾਦ। ਇਹ ਸਨ ਪ੍ਰੋਫੈਸਰ ਗੁਰਪ੍ਰੀਤ ਜੀ, ਜਿਨ੍ਹਾਂ ਨੇ ਪੂਰੇ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਉੱਚ ਵਿੱਦਿਆ ਪ੍ਰਾਪਤ, ਜਿਹੜੇ ਕਹਿ ਸਕਦੇ ਆ ਪ੍ਰੋਫੈਸਰ ਨੇ, ਉਹਨਾਂ ਦੀ
ਦਾਸਤਾਨੀ ਬਿਆਨ ਨਹੀਂ ਕੀਤੀ, ਪੂਰੇ ਪੰਜਾਬ ਦੇ ਕਾਲਜਾਂ ਦੀ ਕੀ ਹਾਲਤ ਹੈ ਉਹ ਵੀ ਸਾਡੇ ਨਾਲ ਬਿਆਨ ਕੀਤੀ ਹੈ। ਲੋੜਾਂ ਦੀ ਲੋੜ ਇਹ ਹੈ ਕਿ ਸਰਕਾਰਾਂ ਵਾਅਦੇ ਜ਼ਰੂਰ ਕਰਦੀਆਂ ਨੇ, ਪਰ ਜਦੋਂ ਇੱਕ ਸੱਤਾ ਵਿੱਚ ਆ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਵਾਅਦਾ ਪੂਰਾ ਕਰਨ ਦੀ ਗੱਲ ਨਹੀਂ ਕਰਦੀਆਂ। ਜ਼ਰੂਰ ਸਵਾਲਾਂ ਦਾ ਸਵਾਲ ਲੋਕਾਂ ਦੀਆਂ ਸੱਥਾਂ ਵਿੱਚ ਜਾਣ ਲੱਗਿਆ ਹੈ ਕਿ ਜਦੋਂ ਪ੍ਰੋਫੈਸਰ ਪਿੰਡਾਂ ਵਿੱਚ ਜਾ ਕੇ ਇਹ ਗੱਲ ਦੱਸਣਗੇ ਕਿ ਕਾਲਜਾਂ ਦੀ ਹਾਲਤ ਹੈ, ਕਿ ਜਿਸ ਤਰ੍ਹਾਂ ਲੋਕ ਰਾਜਸੀ ਪਾਰਟੀਆਂ ਨੂੰ ਸਵਾਲ ਕਰ ਰਹੇ ਨੇ, ਇੱਕ ਨਵਾਂ ਸਵਾਲ ਜਿਹੜਾ ਉਹ ਮੂੰਹ ਅੱਡੀ ਖੜਾ ਹੋ ਜਾਏਗਾ ਕਿ ਪੰਜਾਬ ਦੇ ਕਾਲਜਾਂ ਦੀ ਕੀ ਹਾਲਤ ਹੈ। ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਦੇਖਦੇ ਰਹੋ ਠੇਠ ਪੰਜਾਬੀ।